जिंदगी जमा तकसीम है हिसाब लिखिया कर चुप ना रहा कर जवाब लिखिया कर रात सच करदी है सुफने कदी कदी अद्धी राती उठ के ख्वाब लिखिया कर किताब लिखिया कर। 9ਵੀਂ ਸ਼੍ਰੇਣੀ ਦੀ ਸਵਾਗਤ ਜ਼ਿੰਦਗੀ ਦੀ ਕਿਤਾਬ ਨਾਲ ਰੂਬਰੂ। ਪੇਪਰ ਦਾ ਪੈਟਰਨ ਉਹੀ 10ਵੀਂ ਕਲਾਸ ਵਾਲਾ ਹੀ ਹੈ, ਜਿਸ ਵਿੱਚ ਕਿ 50 ਅੰਕ ਦਾ ਲਿਖਤੀ ਪੇਪਰ ਹੋਏਗਾ। ਉਸ ਵਿੱਚੋਂ 20 ਅੰਕ ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਹੋਣਗੇ, ਜਿਨ੍ਹਾਂ 'ਚੋਂ ਸਹੀ ਆਪਸ਼ਨ ਚੁਣਨੀ, ਕਾਲਮ ਮਿਲਾਨ ਕਰਨੇ, ਖਾਲੀ ਥਾਵਾਂ ਭਰਨੀਆਂ। ਉਸ ਤੋਂ ਇਲਾਵਾ 10 ਅੰਕ ਕੰਪਰੀਹੈਂਸ਼ਨ ਦਾ ਜਿਹੜਾ ਕੋਈ ਪੈਰਾ ਹੋਏਗਾ, ਉਸ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦੇਣ ਦੇ ਹੋਣਗੇ। ਜਿਹੜੇ 20 ਅੰਕ ਵੱਡੇ ਉੱਤਰਾਂ ਲਈ ਨਿਰਧਾਰਿਤ ਕੀਤੇ ਗਏ ਹਨ, ਉਹਨਾਂ ਵਿੱਚੋਂ ਵੀ 5 ਅੰਕ ਪਾਠ ਪੁਸਤਕ ਦੇ ਵਿੱਚੋਂ ਹੀ ਕੋਈ ਵੱਡੇ ਉੱਤਰਾਂ ਵਾਲਾ ਪ੍ਰਸ਼ਨ ਹੋਏਗਾ, 2 ਚੋਂ 1 ਕਰਨਾ। ਇਸੇ ਤਰ੍ਹਾਂ ਹੀ 5 ਅੰਕ ਕਿਸੇ ਸਮੱਸਿਆ ਦਾ ਹੱਲ ਕਰਨਾ ਪ੍ਰੋਬਲਮ ਸੋਲਵਿੰਗ ਤਕਨੀਕ ਦੇ ਨਾਲ, ਅਤੇ 10 ਅੰਕ ਜਿਹੜੇ ਹੈਗੇ ਆ ਉਹਦੇ ਵਿੱਚ ਅਸੀਂ 2 ਪ੍ਰਸ਼ਨਾਂ ਦੇ ਉੱਤਰ ਲਿਖਣੇ ਆ। ਕੁੱਲ 3 ਸਥਿਤੀਆਂ ਦਿੱਤੀਆਂ ਜਾਣਗੀਆਂ, 3 ਪ੍ਰਸ਼ਨ ਹੋਣਗੇ ਸਥਿਤੀ ਵਾਲੇ। ਉਸ ਸਥਿਤੀ ਵਿੱਚ ਕੀ ਸਹੀ ਫੈਸਲਾ ਹੋਏਗਾ, ਸਾਡਾ ਕੀ ਵਿਹਾਰ ਹੋਏਗਾ, ਉਹ ਲਿਖਣਾ। ਇਸ ਪਾਠ ਪੁਸਤਕ ਦੇ ਵਿੱਚ ਸਾਡੇ ਕੋਲ 10 ਅਧਿਆਏ ਹਨ, ਜਿਨ੍ਹਾਂ 'ਚੋਂ ਸਭ ਤੋਂ ਪਹਿਲਾ ਹੈ ਸਵੈ ਚੇਤਨਾ ਅਤੇ ਸਵੈ ਅਨੁਸ਼ਾਸਨ। ਅੱਗੋਂ ਇਹਨਾਂ ਅਧਿਆਇਆਂ ਦੇ ਵੀ 3-3 ਜਾਂ 4-4 ਹਿੱਸੇ ਨੇ। ਸੋ ਪਹਿਲੇ ਅਧਿਆਏ ਦਾ ਪਹਿਲਾ ਹਿੱਸਾ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਅਸੀਂ ਆਪਣੀ ਤਲਾਸ਼ ਕਿਵੇਂ ਕਰਨੀ ਆ, ਆਪਣੇ ਆਪ ਨੂੰ ਪਛਾਣਨਾ ਕਿ ਮੈਂ ਕੌਣ ਹਾਂ। ਠੀਕ ਹੈ, ਅਸੀਂ ਅਕਸਰ ਦੂਜਿਆਂ ਬਾਰੇ ਤਾਂ ਦੱਸ ਦਿੰਦੇ ਹਾਂ। ਹੁਣ ਤੱਕ ਤੁਸੀਂ ਕਿੰਨੇ ਹੀ ਪਾਤਰ ਚਿੱਤਰਣ ਕਰ ਚੁੱਕੇ ਹੋ ਕਿ ਕਿਸੇ ਨਾਟਕ ਦਾ, ਕਹਾਣੀ ਦਾ, ਕੌਣ ਪਾਤਰ ਕਿਸ ਤਰ੍ਹਾਂ ਦਾ। ਹੁਣ ਤੁਸੀਂ ਆਪਣਾ ਪਾਤਰ ਚਿੱਤਰਣ ਆਪ ਕਰਨਾ। ਸੋ ਬੱਚਾ ਦੱਸੇਗਾ, ਖਾਲੀ ਥਾਵਾਂ ਭਰਨੀਆਂ ਹਨ। ਮੈਂ ਡੈਸ਼ ਹਾਂ, ਮੇਰੇ ਘਰ ਦੇ ਮੇਰੇ ਤੋਂ ਡੈਸ਼ ਰਹਿੰਦੇ ਹਨ, ਅਤੇ ਆਪਣੇ ਬਾਰੇ ਕੁਝ ਅਜਿਹਾ ਲਿਖਣਾ ਜਿਹਨੂੰ ਸੋਚ ਕੇ ਤੁਸੀਂ ਵੀ ਬਹੁਤ ਖੁਸ਼ ਹੁੰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਵੀ ਤੁਹਾਡੇ ਬਾਰੇ ਜਾਣਨ। ਸੋ ਇਸ ਤਰ੍ਹਾਂ ਦਾ ਇਸ ਦੇ ਵਿੱਚ ਅਸਾਈਨਮੈਂਟ ਹੋਏਗੀ। ਅਗਲਾ ਉਪਭਾਗ ਹੈ ਆਪਣੀ ਪਹਿਚਾਣ ਬਣਾਉਣਾ, ਕਿ ਕਿਸ ਤਰ੍ਹਾਂ ਨਾਲ ਅਸੀਂ ਆਪਣੇ ਆਪ ਨੂੰ ਬਿਹਤਰ ਬਣਾ ਸਕਦੇ ਹਾਂ। ਜਿਵੇਂ ਕੋਈ ਮੇਰੀ ਆਲੋਚਨਾ ਕਰਦਾ ਹੈ ਤਾਂ ਮੈਨੂੰ ਕੀ ਲੱਗਦਾ ਹੈ, ਜੋ ਚੀਜ਼ਾਂ ਮੈਂ ਬਦਲ ਨਹੀਂ ਸਕਦਾ ਜਾਂ ਸਕਦੀ, ਫਿਰ ਉਹਨਾਂ ਚੀਜ਼ਾਂ ਬਾਰੇ ਲਿਖਣਾ। ਜੀਵਨ ਦਾ ਟੀਚਾ ਜਾਂ ਉਦੇਸ਼ ਕੀ ਮਿਥਿਆ, ਉਹ ਦੱਸਣਾ। ਕੁਝ ਗਲਤ ਹੋ ਜਾਏ ਤਾਂ ਸਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ, ਇਸ ਤਰ੍ਹਾਂ ਦੇ ਜਿਹੜੇ ਤੁਸੀਂ ਲਿਖਣੇ ਆ। ਤੀਸਰਾ ਉਪਭਾਗ ਸਮੇਂ ਦੀ ਪਾਬੰਦੀ ਹੈ। ਕੁਝ ਕਹਾਣੀਆਂ ਸੁਣਾ ਕੇ ਦੱਸਿਆ ਗਿਆ ਹੈ ਕਿ ਸਮੇਂ ਦਾ ਪਾਬੰਦ ਹੋਣ ਨਾਲ ਕੀ ਫਾਇਦਾ ਹੁੰਦਾ ਹੈ। ਸੋ ਅੱਗੋਂ ਤੋਂ ਤੁਸੀਂ ਆਪਣੀ ਡਾਇਰੀ 'ਤੇ ਆਪਣੇ ਕੰਮਾਂ ਦੇ ਲਈ ਸਮੇਂ ਦੀ ਵੰਡ ਕਰਨੀ ਆ। ਯਕੀਨ ਹੈ ਕਿ ਬੱਚੇ ਇਸ ਨਾਲ ਸਮੇਂ ਦੀ ਕਦਰ ਕਰਨੀ ਸਿੱਖ ਜਾਣਗੇ। ਅਤੇ ਚੌਥਾ ਉਪਭਾਗ ਹੈ ਜ਼ਿੰਮੇਵਾਰੀ ਦੀ ਭਾਵਨਾ। ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਦੇਖਣੀਆਂ ਨੇ। ਆਪਣੇ ਸਰੀਰਕ ਵਿਕਾਸ ਲਈ ਅਸੀਂ ਕੀ ਕਰਦੇ ਹਾਂ, ਭਾਵਨਾਤਮਕ ਵਿਕਾਸ ਲਈ ਕੀ ਕਰਦੇ ਹਾਂ, ਸਮਾਜਿਕ ਵਿਕਾਸ ਲਈ ਕੀ ਕਰਦੇ ਹਾਂ, ਪਰਿਵਾਰ ਪ੍ਰਤੀ ਕੀ ਜ਼ਿੰਮੇਵਾਰੀ ਹੈ ਅਤੇ ਉਹ ਜ਼ਿੰਮੇਵਾਰੀ ਅਸੀਂ ਕਿਵੇਂ ਨਿਭਾਉਂਦੇ ਹਾਂ, ਸਕੂਲ ਪ੍ਰਤੀ ਕੀ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਦਾ ਸਭ ਕੁਝ ਅਸੀਂ ਕਰਨਾ। ਆਪਣੇ ਛੋਟੇ ਭੈਣ ਭਰਾਵਾਂ ਦੀ ਕਿਵੇਂ ਮਦਦ ਕਰਦੇ ਹਾਂ, ਉਹ ਵੀ ਦੱਸਣਾ ਹੈ। ਦੂਸਰਾ ਪਾਠ ਹੈ ਤਰਕ ਸੰਗਤ ਸੋਚ, ਭਾਵ ਤਰਕ ਵਾਲੀ, ਦਲੀਲ ਵਾਲੀ ਸੋਚ। ਹਰ ਚੀਜ਼ ਨੂੰ ਪਰਖ ਕੇ, ਸੋਚ ਕੇ, ਦਲੀਲ ਨਾਲ ਪੂਰੇ ਸੋਚ ਵਿਚਾਰ ਕੇ ਸਹੀ ਫੈਸਲਾ ਲੈਣਾ। ਸੋ ਪਹਿਲਾਂ ਮੇਰੀ ਪਸੰਦ, ਇਸ ਦੇ ਅਧੀਨ ਹੈ ਕਿ ਸਾਡੇ ਸ਼ੌਕ, ਜਿਵੇਂ ਕਿ ਉਦਾਹਰਨ ਦਿੱਤੀ ਗਈ ਹੈ ਵਾਲਟ ਡਿਜ਼ਨੀ ਦੀ, ਜੋ ਪ੍ਰਸਿੱਧ ਕਾਰਟੂਨਿਸਟ ਹੋਇਆ। ਇਸ ਤਰ੍ਹਾਂ ਨਾਲ ਜੇ ਅਸੀਂ ਆਪਣੇ ਸ਼ੌਕ ਨੂੰ ਹੀ ਆਪਣਾ ਕਿੱਤਾ ਬਣਾ ਲਈਏ ਤਾਂ ਕਿੰਨਾ ਚੰਗਾ ਹੋਵੇ। ਵੈਸੇ ਵੀ ਜ਼ਿੰਦਗੀ ਨੂੰ ਖੁਸ਼ੀਆਂ ਭਰੀ ਬਣਾਉਣ ਦੇ ਲਈ, ਜਿਉਣ ਦੇ ਲਈ ਜ਼ਰੂਰੀ ਹੈ ਕੋਈ ਨਾ ਕੋਈ ਸ਼ੌਕ ਪਾਲਣਾ। ਤੁਸੀਂ ਆਪੋ ਆਪਣਾ ਸ਼ੌਕ ਜ਼ਰੂਰ ਪਾਲਣਾ। ਅਗਲਾ ਉਪਭਾਗ ਹੈ ਸਵੈ ਦੀ ਤੁਲਨਾ, ਕਿ ਸਕਾਰਾਤਮਕ ਤੁਲਨਾ ਹੁੰਦੀ ਹੈ ਜੇ ਅਸੀਂ ਚੰਗੀ ਸੋਚ ਨਾਲ ਅਗਾਂਹ ਵਧੂ ਹੋ ਕੇ, ਮਿਹਨਤ ਦੇ ਨਾਲ ਆਪਣਾ ਵਿਕਾਸ ਕਰਦਿਆਂ ਹੋਇਆਂ, ਸਮੱਸਿਆ ਦਾ ਮੁਕਾਬਲਾ ਕਰਦਿਆਂ ਹੋਇਆਂ ਤੁਲਨਾ ਕਰੀਏ। ਅਤੇ ਨਾ ਪੱਖੀ ਜਦੋਂ ਅਸੀਂ ਬਿਲਕੁਲ ਨੈਗੇਟਿਵ ਹੋ ਕੇ ਆਪਣੇ ਆਪ ਬਾਰੇ ਬੁਰਾ ਸੋਚਦੇ ਹਾਂ ਜਾਂ ਦੂਜਿਆਂ ਬਾਰੇ ਬੁਰਾ ਸੋਚਦੇ ਹਾਂ। ਸੋ ਚਾਹੀਦਾ ਇਹ ਹੈ ਕਿ ਅਸੀਂ ਆਪਣੀ ਤੁਲਨਾ ਦੂਜਿਆਂ ਦੇ ਨਾਲ ਤਾਂ ਅਕਸਰ ਕਰਦੇ ਹਾਂ ਅਤੇ ਉਹਦੇ ਨਾਲ ਅਸੀਂ ਅਕਸਰ ਈਰਖਾ ਦਾ ਸ਼ਿਕਾਰ ਹੋ ਜਾਂਦੇ ਹਾਂ। ਕਿਉਂ ਨਾ ਅਸੀਂ ਆਪਣੀ ਤੁਲਨਾ ਆਪਣੀ ਪਿਛਲੀ ਕਾਰਗੁਜ਼ਾਰੀ ਨਾਲ ਕਰੀਏ, ਬਜਾਏ ਇਹਦੇ ਕਿ ਇਹ ਪਰਖਣ ਦੇ ਕਿ ਮੈਂ ਕਲਾਸ ਦੇ ਵਿੱਚ ਦੂਸਰੇ ਬੱਚਿਆਂ ਨਾਲੋਂ ਕਿੰਨਾ ਕੁ ਅੱਗੇ ਜਾਂ ਪਿੱਛੇ ਹਾਂ। ਕਿਉਂ ਨਾ ਇਹ ਵੇਖੀਏ ਕਿ ਮੈਂ ਹੁਣ ਵਾਲੇ ਇਮਤਿਹਾਨ 'ਚੋਂ ਵੱਧ ਅੰਕ ਲਏ ਹਨ, ਆਪਣੀ ਪਿਛਲੀ ਕਾਰਗੁਜ਼ਾਰੀ ਨੂੰ ਕਿੰਨਾ ਕੁ ਮੈਂ ਸੁਧਾਰਿਆ ਹੈ, ਇੰਪਰੂਵ ਕੀਤਾ ਹੈ। ਪਿਛਲੀ ਵਾਰ ਮੈਂ ਖੇਡਾਂ ਵਿੱਚ ਕਿੰਨਾ ਕੁ
ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਇਸ ਵਾਰੀ ਮੈਂ ਉਹਨੂੰ ਹੋਰ ਕਿਵੇਂ ਸੁਧਾਰਨਾ ਹੈ। ਕੱਲ੍ਹ ਮੇਰੀ ਰੇਸ ਜੇ 5 ਮਿੰਟ 'ਚ ਖ਼ਤਮ ਹੋਈ ਸੀ ਤਾਂ ਅੱਜ 4.5 ਮਿੰਟ 'ਚ ਕਿਵੇਂ ਹੋ ਸਕਦੀ ਹੈ। ਇਸ ਤਰ੍ਹਾਂ ਨਾਲ ਅਸੀਂ ਪਲਾਨ ਕਰਨਾ ਹੈ। ਆਪਣੇ ਆਪ ਨੂੰ ਆਪਣੀ ਪਿਛਲੀ ਪਰਫੋਰਮੈਂਸ ਨਾਲ ਤੁਲਨਾ ਦੇ ਕੇ ਸੁਧਾਰਨਾ। ਅਗਲਾ ਉਪਭਾਗ ਹੈ ਮੀਡੀਆ ਦੀ ਸਹੀ ਵਰਤੋਂ, ਜਿਸ 'ਚ ਦੱਸਿਆ ਗਿਆ ਹੈ ਕਿ ਇੱਕ ਬਹੁਤ ਦਿਲਚਸਪ ਕਹਾਣੀ ਸੁਣਾਈ ਗਈ ਹੈ ਕਿਸਾਨ ਦੀ। ਇਹ ਤੁਸੀਂ ਆਪ ਜ਼ਰੂਰ ਪੜ੍ਹਨੀ ਆ, ਸੁਣਨੀ ਆ ਅਤੇ ਉਸ ਤੋਂ ਬਾਅਦ ਫਿਰ ਆਪਣੀ ਪਸੰਦ ਦੇ TV ਚੈਨਲਸ, ਮੀਡੀਆ ਦੇ ਹੋਰ ਜਿਹੜੇ ਸਾਡੇ ਸਾਧਨ ਹਨ ਉਹਨਾਂ ਦੀ ਕਿਵੇਂ ਸਹੀ ਵਰਤੋਂ ਕਰਦੇ ਹੋ ਅਤੇ ਕਰ ਸਕਦੇ ਹੋ, ਇਹ ਸਭ ਤੁਸੀਂ ਲਿਖਣਾ ਹੈ। ਅਤੇ ਅੱਗੇ ਤੋਂ ਕਿਤਾਬਾਂ ਦੇ ਨਾਲ ਵੀ ਜੁੜੇ ਰਹਿਣਾ ਅਤੇ ਜਿਹੜੇ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਹੋਰ ਸਾਧਨ ਹੈਗੇ ਆ, ਪ੍ਰਿੰਟ, ਇਲੈਕਟ੍ਰੋਨਿਕ, ਸਾਰਿਆਂ ਦੇ ਨਾਲ ਸਹੀ ਤਰੀਕੇ ਨਾਲ ਬੈਲੈਂਸ ਮਤਲਬ ਸੰਤੁਲਨ ਬਣਾ ਕੇ ਚੱਲਣਾ, ਸਭ ਨੂੰ ਸਹੀ ਟਾਈਮ ਦੇਣਾ। ਆਪਸੀ ਰਿਸ਼ਤੇ ਤੀਜਾ ਅਧਿਆਇ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸਾਡਾ ਵਿਹਾਰ ਵੱਡਿਆਂ ਲਈ ਕਿਹੋ ਜਿਹਾ ਹੋਣਾ ਚਾਹੀਦਾ, ਛੋਟਿਆਂ ਲਈ ਕਿਹੋ ਜਿਹਾ ਹੋਣਾ ਚਾਹੀਦਾ। ਅਤੇ ਬਹੁਤ ਹੀ ਦਿਲਚਸਪ ਪਰਿਵਾਰਕ ਰੁੱਖ ਬਣਾਉਣਾ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਲਗਾ ਕੇ। ਇਹ ਤੁਹਾਡੀ ਐਕਟੀਵਿਟੀ ਹੋਏਗੀ ਪ੍ਰੈਕਟੀਕਲ ਦੇ ਲਈ ਵੀ। ਇਸੇ ਤਰ੍ਹਾਂ ਅਗਲਾ ਉਪਭਾਗ ਹੈ ਆਪਣੇ ਹਮ ਉਮਰ ਸਾਥੀਆਂ ਦੇ ਨਾਲ, ਪੀਅਰਸ ਨਾਲ, ਮੁੰਡਿਆਂ ਅਤੇ ਕੁੜੀਆਂ ਦੇ ਨਾਲ ਕੀ ਵਿਹਾਰ ਰੱਖਣਾ ਹੈ। ਸੋ ਇਹਦੇ ਲਈ ਇੱਕ ਬਹੁਤ ਪ੍ਰਭਾਵਸ਼ਾਲੀ ਇਕਾਂਗੀ ਹੈ, ਮੈਡਮ ਸੁਧਾ ਚੈਨ ਸੁਦੀਪ ਵੱਲੋਂ ਲਿਖਿਆ ਗਿਆ। ਉਹ ਤੁਸੀਂ ਪੜ੍ਹਨਾ ਹੈ ਅਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੇ ਰਿਸ਼ਤੇ ਹੋਣੇ ਚਾਹੀਦੇ ਨੇ ਇਸ ਉਮਰ ਦੇ ਵਿੱਚ ਮੁੰਡੇ ਕੁੜੀਆਂ ਦੇ। ਚੌਥਾ ਅਧਿਆਇ ਹੈ ਹਮਦਰਦੀ ਅਤੇ ਹਮਾਇਤ। ਸੋ ਇਸ ਵਿੱਚ ਪਹਿਲਾਂ ਤਾਂ ਇਹ ਦੱਸਿਆ ਗਿਆ ਹੈ ਕਿ ਐਂਪਥੀ ਅਤੇ ਸਿੰਪਥੀ, ਇਹਨਾਂ ਟਰਮਸ ਬਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ। ਐਂਪਥੀ ਮਤਲਬ ਜਦੋਂ ਅਸੀਂ ਦੂਸਰੇ ਦੀ ਥਾਂ 'ਤੇ ਆਪਣੇ ਆਪ ਨੂੰ ਰੱਖ ਕੇ ਮਹਿਸੂਸ ਕਰਦੇ ਹਾਂ ਅਤੇ ਉਸ ਦੀ ਮਦਦ ਵੀ ਕਰਦੇ ਹਾਂ, ਤਾਂ ਉਸ ਦੀ ਹਮਾਇਤ ਕੀਤੀ ਗਈ ਹੈ। ਪਹਿਲਾ ਉਪਭਾਗ ਹੈ ਭਾਵਕ ਸੰਤੁਲਨ, ਕਿ ਸਾਨੂੰ ਅਲੱਗ-ਅਲੱਗ ਭਾਵਨਾਵਾਂ ਦਾ ਪਤਾ ਲੱਗ ਜਾਵੇ, ਕਿਉਂਕਿ ਭਾਵਨਾਵਾਂ ਬੁਰੀਆਂ ਨਹੀਂ ਹੁੰਦੀਆਂ, ਉਹਨਾਂ ਦਾ ਪ੍ਰਗਟਾਵਾ ਠੀਕ ਜਾਂ ਗਲਤ ਹੋ ਸਕਦਾ, ਕਿਹੜੇ ਮੌਕੇ 'ਤੇ ਕਿਹੜੀ ਭਾਵਨਾ ਕਿਵੇਂ ਪ੍ਰਗਟ ਕਰਨੀ ਹੈ। ਹੱਸਣਾ, ਰੋਣਾ, ਗੁੱਸੇ ਹੋਣਾ, ਡਰ ਜਾਣਾ, ਪਿਆਰ, ਅਫਸੋਸ, ਅਲੱਗ-ਅਲੱਗ ਭਾਵਨਾਵਾਂ ਹਨ। ਅਤੇ ਕੁਝ ਸਥਿਤੀਆਂ ਦਿਖਾਈਆਂ ਗਈਆਂ ਤਸਵੀਰ 'ਚ, ਦੇਖੋ ਕਿ ਤੁਸੀਂ ਆਪਣੇ ਵੱਡੇ ਭਰਾ ਦੇ ਵਿਆਹ ਮੌਕੇ, ਜੰਝ ਚੜ੍ਹਨ ਮੌਕੇ ਕਿਹੜਾ ਭਾਵ ਮਹਿਸੂਸ ਕੀਤਾ, ਅਤੇ ਜਦ ਵਿਆਹ ਪਿੱਛੋਂ ਡੋਲੀ ਵਿਦਾ ਹੋਣ ਲੱਗੀ ਤਾਂ ਤੁਸੀਂ ਕਿਵੇਂ ਮਹਿਸੂਸ ਕੀਤਾ। ਹੁਣ ਅਗਰ ਅਸੀਂ ਵਿਆਹ ਵਾਲੀ ਕੁੜੀ ਦੀ ਥਾਂ ਰੱਖ ਕੇ ਆਪਣੇ ਆਪ ਨੂੰ ਸੋਚਾਂਗੇ ਤਾਂ ਸਾਨੂੰ ਵਾਕਿਆ ਹੀ ਉਸ ਦਾ ਦੁੱਖ ਮਹਿਸੂਸ ਹੋਏਗਾ ਕਿ ਪੇਕਾ ਘਰ ਛੱਡਣਾ ਕਿੰਨਾ ਔਖਾ ਹੈ। ਅਗਲਾ ਉਪਭਾਗ ਸਮਾਜਿਕ ਮੁੱਲ ਅਤੇ ਵਰਤੋਂ ਵਿਹਾਰ ਦੀ ਗੱਲ ਕਰਦਾ ਹੈ। ਇਸ ਵਿੱਚ ਅਸੀਂ ਇੱਕ ਖੇਡ ਖੇਡਣੀ ਹੈ ਆਪਣੇ ਸਾਥੀ ਦੇ ਨਾਲ। ਹੁਣ ਇਹ ਉਹੀ ਸਾਥੀ ਨਹੀਂ ਜਿਨ੍ਹਾਂ ਨਾਲ ਅਸੀਂ ਹਰ ਰੋਜ਼ ਬੈਠਦੇ ਹਾਂ, ਬਲਕਿ ਆਪਣਾ ਬੈਂਚ ਬਦਲ ਕੇ ਨਵੇਂ ਸਾਥੀ ਦੇ ਨਾਲ ਬੈਠਣਾ, ਅਤੇ ਹਰ ਬੱਚੇ ਨੇ ਰਲ ਮਿਲ ਕੇ ਖੇਡ ਖੇਡਣੀ ਆ। ਉਸ ਦਾ ਸਕੋਰ ਹੈ ਜਿਹੜਾ ਉਹ ਲੱਗੇਗਾ ਤੁਹਾਡੀ ਇਸ ਕਿਤਾਬ ਦੇ ਵਿੱਚ, ਤੁਸੀਂ ਉਹ ਸਕੋਰ ਨੋਟ ਹੋਏਗਾ। ਅਤੇ ਵਿਨਿੰਗ ਇੱਕ ਪਰਸਨ ਨਹੀਂ ਹੋਏਗਾ, ਜਿਹੜੇ ਨਵੇਂ ਸਾਥੀ ਨਾਲ ਰਲ ਕੇ ਤੁਹਾਡੀ ਟੀਮ ਬਣੀ ਹੈ ਉਹ ਟੀਮ ਹੀ ਜੇਤੂ ਹੋਏਗੀ। ਸੋ ਆਪਣੇ ਨਵੇਂ ਸਾਥੀ ਨਾਲ ਪੂਰਾ ਤਾਲਮੇਲ ਬਣਾਉਣਾ। ਅਤੇ ਗੇਮ ਕਿਹੜੀ ਹੈ ਉਹ ਵੀ ਦੇਖੋ, ਡਮ ਸ਼ਰਾਰਾ ਗੇਮ ਹੈ, ਜਿਸ ਦੇ ਵਿੱਚ ਅਧਿਆਪਕ ਸਾਹਿਬ ਤੁਹਾਨੂੰ ਕੋਈ ਕਿਸੇ ਫਲ ਦਾ ਨਾਂ ਜਾਂ ਪੰਛੀ ਦਾ ਨਾਂ, ਕੋਈ ਮੁਹਾਵਰਾ, ਕਿਸੇ ਖਿਡਾਰੀ ਦਾ ਨਾਂ ਜਾਂ ਖੇਡ ਦਾ ਨਾਂ ਜਾਂ ਕਿਸੇ ਦੋਸਤ ਦਾ ਨਾਂ ਤੁਹਾਡੇ ਕੰਨ ਵਿੱਚ ਦੱਸਣਗੇ, ਅਤੇ ਤੁਸੀਂ ਆਪਣੇ ਸਾਥੀ ਨੂੰ ਐਕਟਿੰਗ ਦੇ ਰਾਹੀਂ, ਇਸ਼ਾਰੇ ਦੇ ਰਾਹੀਂ ਉਹ ਸਮਝਾਉਣਾ ਹੈ। ਸੋ ਦੋਹਾਂ 'ਚ ਵਧੀਆ ਤਾਲਮੇਲ ਹੋਏਗਾ ਤਾਂ ਤੁਹਾਡੀ ਟੀਮ ਜ਼ਰੂਰ ਜਿੱਤੇਗੀ। ਅਤੇ ਉਸ ਤੋਂ ਬਾਅਦ ਤੁਸੀਂ ਲਿਖਣਾ ਕੀ ਹੈ, ਦੇਖੋ ਕਿ ਇਸ ਖੇਡ 'ਚੋਂ ਤੁਹਾਨੂੰ ਕਿਹੜਾ ਗੁਣ ਸਿੱਖਣ ਨੂੰ ਮਿਲਿਆ ਅਤੇ ਤੁਸੀਂ ਆਪਣੇ ਨਵੇਂ ਸਾਥੀ ਦੇ ਕਿਹੜੇ ਗੁਣ ਪਸੰਦ ਕੀਤੇ। ਉਹ 3 ਗੁਣ ਘੱਟੋ ਘੱਟ ਤੁਸੀਂ ਜ਼ਰੂਰ ਲਿਖਣੇ ਨੇ, ਕੀ ਕੁਝ ਤੁਸੀਂ ਉਸ ਤੋਂ ਸਿੱਖਿਆ। ਅਗਲਾ ਉਪਭਾਗ ਹੈ ਅਨੇਕਤਾ ਵਿੱਚ ਏਕਤਾ। ਅਸੀਂ ਆਪਣੇ ਦੇਸ਼ ਦੀ ਜਿਹੜੀ ਬਹੁਤ ਵਿਭਿੰਨ ਤਰ੍ਹਾਂ ਦੀ ਬੋਲੀ ਹੈ, ਭਾਸ਼ਾ ਹੈ, ਕਲਚਰ ਹੈ, ਸੱਭਿਆਚਾਰ ਹੈ, ਸੰਸਕ੍ਰਿਤੀ ਹੈ, ਕਿਤੋਂ ਦਾ ਕੋਈ ਨਾਚ ਹੈ, ਸੋ ਉਹ ਸਾਰੀਆਂ ਨੂੰ ਇੱਥੇ ਜਾਣਨ ਦੀ ਕੋਸ਼ਿਸ਼ ਕਰਨੀ ਆ। ਪ੍ਰਸ਼ਨ ਉੱਤਰ ਹੈਗੇ ਨੇ, ਇਹ ਕੁਇਜ਼ ਦੀ ਤਰ੍ਹਾਂ ਹੋਏਗਾ ਅਤੇ ਰਲ ਮਿਲ ਕੇ ਟੀਮ ਮੈਂਬਰਸ ਦਾ ਸਕੋਰ ਗਿਣਿਆ ਜਾਏਗਾ। ਹੋ ਸਕੇ ਤਾਂ ਤੁਸੀਂ ਭਾਰਤ ਦੇ ਨਕਸ਼ੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰ ਦੀਆਂ ਤਸਵੀਰਾਂ ਵੀ ਲਗਾ ਸਕਦੇ ਹੋ, ਜਿਹੜੇ ਖੇਤਰ ਦਾ ਜਿਹੜਾ ਸੱਭਿਆਚਾਰ ਹੈ। ਅਤੇ ਆਖਰੀ ਉਪਭਾਗ ਬਹੁਤ ਹੀ ਇੰਪੋਰਟੈਂਟ ਹੈ, ਲੋੜਵੰਦਾਂ ਦੀ ਮਦਦ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕਿ ਮਿਸ ਬੀਮ ਦੇ ਸਕੂਲ ਵਿੱਚ ਹੁੰਦਾ ਸੀ। ਸੋ ਤੁਸੀਂ ਇੱਥੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਇਸ ਤਰ੍ਹਾਂ ਵਿਹਾਰ ਕਰਨਾ ਹੈ ਕਿ ਕਿਸੇ ਬੱਚੇ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਜਾਏਗੀ, ਕੋਈ 2 ਬੱਚਿਆਂ ਦੀਆਂ ਜਿਵੇਂ ਲੱਤਾਂ ਆਪਸ ਦੇ ਵਿੱਚ ਬੰਨ੍ਹ ਦਿੱਤੀਆਂ, ਪੱਟੀ ਬੰਨ੍ਹੀਆਂ, ਤਾਂ ਕਿ ਅੱਖਾਂ 'ਤੇ ਪੱਟੀ ਬੰਨ੍ਹ ਕੇ ਮਹਿਸੂਸ ਕਰ ਸਕੀਏ ਜੋ ਲੋਕ ਦੇਖ ਨਹੀਂ ਸਕਦੇ, ਜੋਤਹੀਣ ਲੋਕਾਂ ਦੇ ਦਰਦ ਨੂੰ।
ਇਸੇ ਤਰ੍ਹਾਂ ਸਾਨੂੰ ਦਿਵਿਆਂਗ ਲੋਕਾਂ ਦੇ, ਅਪੰਗ ਲੋਕਾਂ ਦੇ ਦਰਦ ਪਤਾ ਲੱਗਣਗੇ ਕਿ ਉਹ ਅਪਾਹਜ ਹੋਣ ਕਰਕੇ ਕਿੰਨੀ ਮੁਸ਼ਕਿਲ ਨਾਲ ਰਹਿ ਰਹੇ ਆ ਅਤੇ ਅਸੀਂ ਕਿਵੇਂ ਇੱਕ ਦੂਸਰੇ ਦੀ ਮਦਦ ਕਰਨੀ ਆ। ਇੱਕੋ ਸ਼੍ਰੇਣੀ ਦੇ ਕਮਰੇ ਵਿੱਚ ਹੀ ਇਹ ਸਭ ਹੋ ਸਕੇਗਾ। ਸੋ ਰਲ ਮਿਲ ਕੇ ਜਦੋਂ ਮਦਦ ਕਰਾਂਗੇ, ਸਾਡਾ ਵੀ ਇੱਕ ਡੈਫ ਪੀਰੀਅਡ ਹੋਏਗਾ, ਡੰਮ ਪੀਰੀਅਡ ਹੋਏਗਾ, ਬਲਾਈਂਡ ਪੀਰੀਅਡ ਹੋਏਗਾ, ਤਾਂ ਉਹਦੇ ਵਿੱਚ ਅਸੀਂ ਸੱਚਮੁੱਚ ਇੱਕ ਹਿਊਮਨ ਪੀਰੀਅਡ ਲਗਾ ਰਹੇ ਹੋਵਾਂਗੇ, ਇਨਸਾਨੀਅਤ ਨਾਲ ਭਰ ਜਾਵਾਂਗੇ ਇੱਕ ਦੂਸਰੇ ਦੀ ਮਦਦ ਕਰਕੇ। ਅਤੇ ਇਹੋ ਹੀ ਜਜ਼ਬਾ ਅਸੀਂ ਆਪਣੇ ਸਮਾਜ ਦੇ ਵਿੱਚ ਜੋ ਲੋਕ ਸੱਚਮੁੱਚ ਦਿਵਿਆਂਗ ਹਨ ਉਹਨਾਂ ਲਈ ਵੀ ਅਪਣਾਉਣਾ ਹੈ। ਅਗਲਾ ਹੈ ਜੀ ਉਸਾਰੂ ਸੋਚ, 5ਵਾਂ ਅਧਿਆਇ, ਜਿਹਦੇ ਵਿੱਚ ਸਿਰਜਣਾਤਮਕ ਸੋਚ ਦੀ ਗੱਲ ਹੈ। ਕੁਝ ਨਵਾਂ ਕਰਨਾ, ਕੁਝ ਬਿਹਤਰ ਕਰਨਾ, ਉਹਦੇ ਲਈ ਪੰਜਾਬ ਦਾ ਨਕਸ਼ਾ ਦਿੱਤਾ ਗਿਆ ਪਹਿਲੀ ਕਿਰਿਆ ਵਿੱਚ। ਉਸ ਵਿੱਚ ਜੋ ਅੱਜ ਕੱਲ੍ਹ ਦੇ ਪੰਜਾਬ 'ਚ ਨਜ਼ਰ ਆ ਰਿਹਾ ਉਸ ਦੀ ਤਸਵੀਰ ਦਿਖਾਉਣੀ ਹੈ। ਰੰਗਾਂ ਨਾਲ ਭਰ ਸਕਦੇ ਹੋ, ਕੁਝ ਲਿਖ ਸਕਦੇ ਹੋ। ਅਤੇ ਅਗਲਾ ਪੰਜਾਬ ਤੁਹਾਡੀ ਕਲਪਨਾ ਦਾ ਹੋਏਗਾ, ਕਿੰਨਾ ਕੁ ਚੰਗਾ ਖੁਸ਼ਹਾਲ ਪੰਜਾਬ ਚਾਹੁੰਦੇ ਹੋ। ਦੂਸਰੀ ਕਿਰਿਆ ਦੇ ਵਿੱਚ ਤੁਸੀਂ ਜਿਵੇਂ ਛੱਪੜ ਦਾ ਪਾਣੀ ਇਕੱਠਾ ਹੋਇਆ ਤਾਂ ਉਸ ਨੂੰ ਅਸੀਂ ਕਿਵੇਂ ਵਰਤੋਂ 'ਚ ਲਿਆ ਸਕਦੇ ਹਾਂ, ਇਸ ਤਰ੍ਹਾਂ ਦੇ ਸੁਝਾਅ ਦੇਣੇ ਆ। ਅਗਲਾ ਉਪਭਾਗ ਨਵਾਂ ਹੱਲ ਜਾਂ ਨਵਾਂ ਰਾਹ ਲੱਭਣਾ, ਜਿੱਥੇ ਪਿਆਸੇ ਕਾਂ ਦੀ ਕਹਾਣੀ ਨੂੰ ਨਵੇਂ ਅਰਥ ਦਿੰਦਾ, ਉੱਥੇ ਹੀ ਦਸ਼ਰਥ ਮਾਂਝੀ ਜੀ ਨੇ ਕਿਸ ਤਰ੍ਹਾਂ ਨਾਲ, ਜਿਨ੍ਹਾਂ ਨੂੰ ਅਸੀਂ ਮਾਊਂਟੇਨ ਮੈਨ ਕਹਿੰਦੇ ਹਾਂ, ਪਹਾੜ ਕੱਟ ਕੇ ਵੀ ਰਾਹ ਬਣਾਇਆ ਸੀਗਾ। ਤਾਂ ਸੱਚਮੁੱਚ ਹੀ ਉਹ ਸਾਰੀ ਗੱਲਬਾਤ ਨੂੰ ਸਮਝ ਕੇ ਅਸੀਂ ਪ੍ਰੇਰਨਾ ਲੈਂਦੇ ਹੋਏ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਕਿ ਸਾਡੇ ਸਕੂਲ 'ਚ ਲੱਗੀਆਂ ਟੂਟੀਆਂ ਦਾ ਪਾਣੀ ਰੁੜ ਕੇ ਛੱਪੜ ਵਿੱਚ ਚਲਿਆ ਜਾਂਦਾ ਹੈ, ਉਸ ਨੂੰ ਕਿਵੇਂ ਸਹੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਕੋਈ ਖੇਤੀਬਾੜੀ ਵਿੱਚ ਤੁਸੀਂ ਆਪਣੇ ਪਿਤਾ ਨੂੰ ਕੀ ਸਲਾਹ ਦੇ ਸਕਦੇ ਹੋ, ਮੱਛਰਾਂ ਦੀ ਸਮੱਸਿਆ ਦਾ ਬਰਸਾਤ 'ਚ ਕਿਵੇਂ ਹੱਲ ਕਰ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਵੱਲੋਂ ਸੋਚਣੀਆਂ। ਤੁਹਾਡੀ ਪੜ੍ਹਾਈ 'ਚ ਕੀ ਸਮੱਸਿਆ ਆਉਂਦੀ ਆ ਜਾਂ ਹੋਰ ਜੀਵਨ 'ਚ ਕੀ ਸਮੱਸਿਆ, ਉਹਦਾ ਕੀ ਹੱਲ ਹੈ, ਤੁਸੀਂ ਖੁਦ ਸੋਚ ਕੇ ਉਹ ਹੱਲ ਨੂੰ ਆਪਣੀ ਕ੍ਰੀਏਟਿਵਿਟੀ ਦੇ ਨਾਲ, ਸਕਾਰਾਤਮਕ ਉਸਾਰੂ ਸੋਚ ਨਾਲ ਸਾਹਮਣੇ ਰੱਖਣਾ। ਈੜੀ ਉਪਭਾਗ ਹੈ ਜੀ ਦੂਜਿਆਂ ਸਾਹਮਣੇ ਪੇਸ਼ਕਾਰੀ, ਜਿਵੇਂ ਅਸੀਂ ਸਟੇਜ ਦੇ ਉੱਪਰ ਕੁਝ ਪਰਫੋਰਮ ਕਰਦੇ ਹਾਂ, ਮੌਕੇ 'ਤੇ ਪਰਫੋਰਮ ਕਰਨਾ, ਉਸ ਦੇ ਨਾਲ ਸਾਡੀ ਕ੍ਰੀਏਟਿਵਿਟੀ ਵੱਧਦੀ ਹੈ। ਅਤੇ ਚੌਥੇ ਉਪਭਾਗ ਦੇ ਵਿੱਚ ਅਸੀਂ ਬੇਕਾਰ ਚੀਜ਼ਾਂ ਤੋਂ ਬਿਹਤਰੀਨ ਚੀਜ਼ਾਂ ਬਣਾਉਣੀਆਂ, ਜਿਵੇਂ ਚੰਡੀਗੜ੍ਹ ਦੇ ਰੌਕ ਗਾਰਡਨ 'ਚ ਹੈ, ਜਾਂ ਫਿਰ ਅਸੀਂ ਕੋਈ ਮਾਡਲ ਬਣਾਉਣਾ, ਚਿੱਤਰ ਬਣਾਉਣੇ ਆ, ਨਮੂਨੇ ਤਿਆਰ ਕਰਨੇ ਨੇ। ਉਦਾਹਰਨ ਦੇ ਤੌਰ 'ਤੇ ਇੱਥੇ ਦਿਖਾਇਆ ਗਿਆ ਬੱਚਿਓ, ਜਿਵੇਂ ਸਾਡੀਆਂ ਪਲਾਸਟਿਕ ਦੀਆਂ ਬੋਤਲਾਂ ਨੇ, ਉਹਨਾਂ ਵਿੱਚ ਅਸੀਂ ਪੌਦੇ ਬੀਜ ਕੇ, ਫੁੱਲ ਬੀਜ ਕੇ ਉਹਨਾਂ ਨੂੰ ਸਹੀ ਵਰਤੋਂ 'ਚ ਲਿਆ ਸਕਦੇ ਹਾਂ ਅਤੇ ਹਰਿਆਵਲ ਦਾ ਪਸਾਰਾ ਕਰ ਸਕਦੇ ਹਾਂ। ਭਾਵਨਾਤਮਕ ਕਾਬੂ ਅਤੇ ਸੰਤੁਲਨ ਬਾਰੇ ਆਪੋ ਆਪਣੀ ਭਾਵਨਾ ਨੂੰ ਜ਼ਰੂਰ ਦੇਖਣਾ ਕਿ ਤੁਸੀਂ ਕਿਹੜੇ ਦਾਇਰੇ 'ਚ ਆਉਂਦੇ ਹੋ। ਇਹ ਦੇਖੋ ਮੇਰੀਆਂ ਭਾਵਨਾਵਾਂ ਦਾ ਦਾਇਰਾ, ਖੁਸ਼ ਹੋ, ਦੁਖੀ ਹੋ, ਬਹੁਤ ਜ਼ਿਆਦਾ ਅਸ਼ਾਂਤ, ਗੁੱਸੇ ਵਿੱਚ, ਫਿਕਰਮੰਦ ਰਹਿੰਦੇ ਹੋ। ਇਸ ਤਰ੍ਹਾਂ ਦੀਆਂ ਇਹ ਅਲੱਗ-ਅਲੱਗ ਚੱਕਰਾਂ ਰਾਹੀਂ ਭਾਵਨਾਵਾਂ ਦਰਸਾਈਆਂ ਗਈਆਂ। ਜ਼ਰੂਰ ਸੋਚਿਓ ਤੁਸੀਂ ਕਿਸ ਭਾਵਨਾ ਵਿੱਚ ਹੋ, ਅਤੇ ਭਾਵਨਾਵਾਂ ਦਾ ਸੰਤੁਲਨ ਕਰਨ ਲਈ ਲੱਭਣਾ ਚਾਹੀਦਾ ਹੈ ਕਿ ਕਿਹੜੀ ਭਾਵਨਾ ਕੀ ਸਹੀ ਹੈ, ਕੀ ਗਲਤ ਹੈ। ਡਾਇਰੀ ਲਿਖਣ ਦਾ ਗੁਣ ਦੱਸਿਆ ਗਿਆ ਕਿ ਅਸੀਂ ਡਾਇਰੀ ਦੇ ਵਿੱਚ ਕੀ ਕੁਝ ਲਿਖ ਸਕਦੇ ਹਾਂ ਅਤੇ ਉਹਦਾ ਸਾਨੂੰ ਕੀ ਫਾਇਦਾ ਹੁੰਦਾ। ਆਪਣੇ ਆਪ ਨੂੰ ਪਛਾਣਨ 'ਚ, ਲਿਖਾਈ 'ਚ ਵੀ ਸੁਧਾਰ ਆਉਂਦਾ ਹੈ, ਚੰਗੀ ਸਿੱਖਿਆ ਮਿਲਦੀ ਹੈ, ਸ਼ੁੱਧ ਵੀ ਲਿਖਣਾ ਸਿੱਖਦੇ ਹਾਂ ਅਤੇ ਆਪਣੇ ਉਦੇਸ਼ਾਂ ਨੂੰ ਵੀ ਸਪਸ਼ਟ ਕਰਦੇ ਹਾਂ। ਕੋਈ ਵੀ ਘਟਨਾ ਤੁਹਾਡੇ ਨਾਲ ਵਾਪਰੀ ਹੈ, ਉਸ ਦਿਨ ਭਰ ਦੀ ਘਟਨਾ ਨੂੰ ਸੋਹਣੇ ਢੰਗ ਨਾਲ ਅਸੀਂ ਆਪਣੀ ਡਾਇਰੀ 'ਚ ਜ਼ਰੂਰ ਲਿਖ ਸਕਦੇ ਹਾਂ। ਹਾਂ ਪੱਖੀ ਰਵੱਈਏ 'ਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਾਲ ਅਸੀਂ ਪੋਜ਼ੀਟਿਵ ਨੈਗੇਟਿਵਿਟੀ ਤੋਂ ਬਚਣਾ ਹੈ। 7ਵਾਂ ਅਧਿਆਇ ਹੈ ਫੈਸਲੇ ਲੈਣ ਦੀ ਯੋਗਤਾ। ਪਹਿਲਾਂ ਤਾਂ ਇਹੀ ਕਿ ਫੈਸਲਾ ਕਿਵੇਂ ਕਰਨਾ, ਸੀਰਤ ਦੀ ਉਦਾਹਰਨ ਰਾਹੀਂ ਇਹ ਸਮਝਾਇਆ ਗਿਆ। ਚੰਗੀਆਂ ਅਤੇ ਬੁਰੀਆਂ ਆਦਤਾਂ ਦੀ ਪਛਾਣ ਦੱਸੀ ਗਈ ਹੈ ਅਤੇ ਆਪਣੀ ਲਗਨ ਨੂੰ ਸਹੀ ਦਿਸ਼ਾ ਦੇਣਾ। ਇਸ ਵਿੱਚ ਅਲੱਗ-ਅਲੱਗ ਜਿਹੜੇ ਸਾਡੇ ਕੰਮ ਨੇ, ਜਿਵੇਂ ਇੰਟਰਨੈਟ ਦੀ ਵਰਤੋਂ ਆ, ਕੋਈ ਵੀਡੀਓ ਗੇਮ ਲਈ ਕਰ ਰਿਹਾ, ਕੋਈ ਉਹਦੇ ਤੋਂ ਬਹੁਤ ਜਾਣਕਾਰੀ ਹਾਸਲ ਕਰ ਰਿਹਾ। ਇਸੇ ਤਰ੍ਹਾਂ ਮੋਬਾਈਲ ਦਾ ਸਹੀ ਇਸਤੇਮਾਲ ਕਰਨਾ, ਬੁਰਾਈਆਂ ਤੋਂ ਬਚੇ ਰਹਿਣਾ, ਇਸ ਬਾਰੇ ਅਸੀਂ ਲਿਖਣਾ। ਜਿਵੇਂ ਖੇਡਾਂ ਦੀ ਰੁਚੀ ਦੇ ਨਾਲ ਅਸੀਂ ਸਹੀ ਦਿਸ਼ਾ ਦੇਤੀ ਆਪਣੀ ਲਗਨ ਨੂੰ, ਜਿਸ ਕਰਕੇ ਅਸੀਂ ਨਸ਼ਿਆਂ ਤੋਂ ਅਤੇ ਹੋਰ ਬੁਰਾਈਆਂ ਤੋਂ ਬਚ ਸਕਦੇ ਹਾਂ। ਕਰਮਜੀਤ ਸਿੰਘ ਗਰੇਵਾਲ ਦੀ ਕਵਿਤਾ ਇੱਥੇ ਸ਼ਿੰਗਾਰ ਬਣੀ ਹੈ। ਅਤੇ ਅੱਗੋਂ ਸਮੱਸਿਆ ਦਾ ਹੱਲ। ਇਸ ਤਹਿਤ ਸਮੱਸਿਆ ਦੇ ਬਾਰੇ ਅੰਤਰਝਾਤ ਵਿਧੀ ਰਾਹੀਂ ਪਹਿਲਾਂ ਤਾਂ ਇਹ ਪਛਾਣਨਾ ਕਿ ਤੁਹਾਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹਨ, ਜਾਂ ਜੋ ਆਲੇ ਦੁਆਲੇ ਸਮੱਸਿਆਵਾਂ ਹਨ ਉਹ ਕਿਹੋ ਜਿਹੀਆਂ ਹਨ। ਉਸ ਤੋਂ ਬਾਅਦ ਸਮੱਸਿਆ ਦਾ ਹੱਲ ਕਰਨ ਦੀ ਇੱਕ ਬੜੀ ਅੱਛੀ ਸੇਫ ਹੈਬਿਟ ਰੂਲਸ, ਇਹ ਮੈਡਮ ਐਕਮੇ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ SAFE, ਇਸ ਤਰ੍ਹਾਂ ਨਾਲ ਸਾਰੇ ਅੱਖਰਾਂ ਤੋਂ ਅਸੀਂ ਕਿਹੜੀ ਗੱਲ ਯਾਦ ਰੱਖ ਸਕਦੇ ਹਾਂ। ਜ਼ਰੂਰ ਝਾਤੀ ਮਾਰੋ। ਵੱਡਿਆਂ ਦੇ ਨਾਲ ਸਾਂਝਾ ਕਰਨਾ, ਕੋਈ ਸ਼ੌਕ ਅਪਣਾਉਣਾ, ਸਮਾਂ ਸਾਰਣੀ ਬਣਾਉਣੀ, ਹਰ ਦਿਨ ਦਾ ਆਨੰਦ ਮਾਣਨਾ, ਕਿਸੇ ਦੀ ਮਦਦ ਕਰਨੀ, ਕਿਸੇ ਚੀਜ਼ ਨੂੰ ਜ਼ਿਆਦਾ ਵਰਤਣ ਤੋਂ ਪਰਹੇਜ਼ ਕਰਨਾ, ਤਣਾਅ ਤੋਂ ਮੁਕਤ ਰਹਿਣਾ, ਬਿਹਤਰ ਜ਼ਿੰਦਗੀ ਦੀ ਕਲਪਨਾ ਕਰਨੀ, ਲੋੜ ਅਨੁਸਾਰ ਛੁੱਟੀ ਲੈਣੀ, ਆਰਾਮ ਕਰਨਾ
ਤੇ ਸਵੈ ਬੋਧ, ਆਪਣੇ ਬਾਰੇ ਕੀ ਰਿਅਲਾਈਜ਼ ਕਰਦੇ ਆ ਉਹ ਦੱਸਣਾ। ਇਸੇ ਤਰ੍ਹਾਂ ਅਲੱਗ-ਅਲੱਗ ਜਿਹੜੇ ਸ਼ੌਕ ਹੈਗੇ ਆ ਸਾਨੂੰ, ਜਿਵੇਂ ਕੋਈ ਹੌਬੀ ਹੈ ਅਸੀਂ ਉਹ ਅਪਣਾ ਸਕਦੇ ਹਾਂ। ਤੇ ਅੱਗੋਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਤੁਹਾਡੇ ਪ੍ਰੈਕਟੀਕਲ ਦੇ ਵਿੱਚ ਵੀ ਹੋ ਸਕਦੀਆਂ ਨੇ, ਤੇ ਤੁਸੀਂ ਆਮ ਜ਼ਿੰਦਗੀ 'ਚ ਵੀ ਇਹਨਾਂ ਦਾ ਸਾਹਮਣਾ ਕਰਦੇ ਹੋ। ਸੋ ਇਸ ਦੀ ਤਿਆਰੀ ਚੰਗੀ ਤਰ੍ਹਾਂ ਕਰਿਓ। ਕਾਫੀ ਸਾਰੀਆਂ ਸਿਚੁਏਸ਼ਨਸ ਦਿੱਤੀਆਂ, ਤੁਸੀਂ ਉਹਨਾਂ 'ਚੋਂ ਕਿਵੇਂ ਨਿਕਲ ਸਕਦੇ ਹੋ। ਉਦਾਹਰਨ ਦੇ ਤੌਰ 'ਤੇ ਮੈਂ ਇੱਕ ਦੱਸਦੀ ਹਾਂ ਕਿ ਤੁਹਾਡੇ ਛੋਟੇ ਭਰਾ ਨੂੰ ਆਪਣੇ ਉੱਪਰ ਵਿਸ਼ਵਾਸ ਨਹੀਂ ਹੈ, ਜਿਸ ਕਰਕੇ ਉਹ ਆਤਮ ਨਿਰਭਰ ਨਹੀਂ ਬਣ ਰਿਹਾ। ਉਸ ਦਾ ਆਪਣੇ 'ਤੇ ਵਿਸ਼ਵਾਸ ਜਗਾਉਣ ਲਈ ਤੁਸੀਂ ਕਿਹੜੇ ਕਦਮ ਚੁੱਕੋਗੇ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸ਼ਨ ਹਨ। 9ਵਾਂ ਹੈ ਅਧਿਆਇ ਪ੍ਰਭਾਵਸ਼ਾਲੀ ਸੰਚਾਰ। ਪਹਿਲਾਂ ਤਾਂ ਸੰਚਾਰ ਦਾ ਸੁਚੱਜ ਜਾਣਨਾ ਚਾਹੀਦਾ। ਜਦੋਂ 2 ਤੋਂ ਜ਼ਿਆਦਾ ਇਨਸਾਨ ਜਾਂ ਜੀਵ ਕੋਈ ਚੀਜ਼, ਕੋਈ ਭਾਵਨਾ, ਕੋਈ ਵਿਚਾਰ ਸਾਂਝਾ ਕਰਦੇ ਆ, ਆਪਣੀਆਂ ਭਾਵਨਾਵਾਂ, ਵਿਚਾਰ ਅਸੀਂ ਦੂਸਰੇ ਤੱਕ ਪਹੁੰਚਾਉਂਦੇ ਹਾਂ, ਸੁਨੇਹਾ ਪਹੁੰਚਾਉਂਦੇ ਹਾਂ, ਤਾਂ ਉਹ ਸੰਚਾਰ ਹੈ। ਅਗਰ ਚੰਗੀ ਤਰ੍ਹਾਂ ਪਹੁੰਚਾ ਲਿਆ ਤਾਂ ਸਾਡਾ ਸੰਚਾਰ ਪ੍ਰਭਾਵਸ਼ਾਲੀ, ਕਾਮਯਾਬ ਹੁੰਦਾ ਹੈ। ਸੋ ਉਸ ਲਈ ਗਤੀਵਿਧੀਆਂ ਬਹੁਤ ਹੀ ਦਿਲਚਸਪ ਨੇ, ਜਿਵੇਂ ਕਿ ਟੈਲੀਫੋਨ ਗੇਮ ਤੁਸੀਂ ਜਾਣਦੇ ਹੋਵੋਗੇ। ਇੱਕ ਨੇ ਦੂਸਰੇ ਦੇ ਕੰਨ 'ਚ ਕਹਿਣੀ, ਦੂਸਰੇ ਨੇ ਤੀਸਰੇ ਦੇ, ਤੇ ਫਿਰ ਆਖਰ ਤੱਕ ਘੁੰਮਦੀ ਘੁਮਾਉਂਦੀ ਪਹਿਲੇ ਤੱਕ ਆਉਂਦੀ ਹੈ, ਤੇ ਫਿਰ ਪਤਾ ਲੱਗਦਾ ਕਿ ਅਸੀਂ ਕੀ ਸਹੀ ਸੰਚਾਰ ਕਰ ਪਾਏ ਹਾਂ। ਤੇ ਸ਼ਰਤ ਇਹ ਹੈ ਕਿ ਉਸ ਗੱਲ ਨੂੰ ਇੱਕੋ ਵਾਰੀ ਹੀ ਸਮਝਾਇਆ ਜਾਏਗਾ, ਅੱਗੇ ਦੀ ਅੱਗੇ ਉਹ ਕਿਵੇਂ ਚੱਲਦੀ ਹੈ। ਕੁਝ ਹੋਰ ਉਦਾਹਰਨਾਂ ਲਈਆਂ ਜਿੱਥੇ ਗਲਤ ਸੰਚਾਰ ਨਾਲ ਸਮੱਸਿਆ ਆਉਂਦੀ ਹੈ। ਹੁਣ ਧਿਆਨ ਨਾਲ ਵੇਖੋ। ਇੱਕ ਕਿਹਾ ਗਿਆ ਮਨੀ, ਭੱਜ ਨਾ, ਰੁਕ। ਤੇ ਦੂਸਰੀ ਜਗ੍ਹਾ ਵਿਸਰਾਮ ਗਲਤ ਲਗਾ ਤਾਂ ਕੀ ਬਣ ਗਿਆ, ਮਨੀ, ਭੱਜ ਨਾ, ਰੁਕ। ਸੋ ਬਿਲਕੁਲ ਸੰਦੇਸ਼ ਉਲਟ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਤੁਸੀਂ ਲੋਕਾਂ ਨੂੰ ਸੰਚਾਰ ਦੇ ਆਧਾਰ 'ਤੇ ਉਹਨਾਂ ਦੀ ਗੱਲਬਾਤ, ਬੋਲਚਾਲ, ਢੰਗ ਤਰੀਕੇ ਦੇ ਆਧਾਰ 'ਤੇ ਕਿਹਨਾਂ ਨੂੰ ਪਸੰਦ ਕਰਦੇ ਹੋ ਅਤੇ ਕਿਹਨਾਂ ਨੂੰ ਨਾਪਸੰਦ ਕਰਦੇ ਹੋ, ਇਹ ਸਭ ਹੈ। ਤੇ ਅੱਗੇ ਇਸ ਦਾ ਵਿੱਚ ਸੋ ਅਲੱਗ ਸਥਿਤੀਆਂ ਦੇ ਨਾਲ ਬਹੁਤ ਹੀ ਭਾਵਪੂਰਤ ਤਸਵੀਰਾਂ ਡਾਕਟਰ ਜਗਦੀਪ ਸੰਧੂ ਨੇ ਪੇਸ਼ ਕੀਤੀਆਂ ਹਨ ਕਿ ਕਿਵੇਂ ਅਸੀਂ ਕਿਸੇ ਨੂੰ ਆਪਣੇ ਐਕਸਪ੍ਰੈਸ਼ਨਸ ਰਾਹੀਂ ਸਮਝਾ ਸਕਦੇ ਹਾਂ, ਚਿਹਰੇ ਦੇ ਹਾਵ ਭਾਵ, ਹੱਥਾਂ ਦੇ ਇਸ਼ਾਰਿਆਂ ਦੇ ਰਾਹੀਂ, ਸਰੀਰ ਦੇ ਭਾਸ਼ਾ ਦੇ ਰਾਹੀਂ ਸਮਝਾ ਸਕਦੇ ਹਾਂ ਕਿ ਤੁਸੀਂ ਦੁਖੀ ਹੋ, ਉਦਾਸ ਹੋ, ਕਿਸੇ ਦੀ ਗੱਲ ਸਮਝ ਨਹੀਂ ਆਈ, ਕਿਵੇਂ ਨੂੰ ਆਪਣੇ ਕੋਲ ਬੁਲਾਉਣਾ ਹੈ, ਕਿਵੇਂ ਜਿੱਤ ਦਾ ਐਲਾਨ ਕਰਨਾ ਹੈ। ਤੇ ਚਾਰਲੀ ਚੈਪਲਨ ਦੀਆਂ ਫਿਲਮਾਂ ਦੇਖਣ ਦੀ ਵੀ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਬੱਚਿਓ। ਅੱਛੀ ਬਾਡੀ ਲੈਂਗੁਏਜ ਸਿੱਖੋਗੇ ਤੇ ਅੱਗੋਂ ਤੁਸੀਂ ਇਹ ਆਪਣੇ ਅੱਖਾਂ, ਹੱਥ, ਚਿਹਰਾ ਤੇ ਸਰੀਰ ਨਾਲ ਕੋਈ 5 ਸਥਿਤੀਆਂ ਨੂੰ ਲਿਖ ਕੇ ਉਸ ਤਰ੍ਹਾਂ ਦੀ ਭਾਵਨਾ ਨੂੰ ਪੇਸ਼ ਕਰਦਾ ਹੋਇਆ ਸਕੈਚ ਜਾਂ ਫੋਟੋ ਬਣਾ ਕੇ ਵੀ, ਜਾਂ ਆਪਣੀ ਫੋਟੋ ਚਿਪਕਾ ਕੇ ਐਕਟਿੰਗ ਦੇ ਜ਼ਰੀਏ ਪੇਸ਼ ਕਰ ਸਕਦੇ ਹੋ। ਪਹੁੰਚ ਗਏ ਆਪਾਂ ਆਪਣੇ ਆਖਰੀ ਅਧਿਆਇ ਵੱਲ, ਤਣਾਅ ਨਾਲ ਨਜਿੱਠਣਾ। ਪਹਿਲਾਂ ਤਾਂ ਦੱਸਿਆ ਗਿਆ ਤਣਾਅ ਹੁੰਦਾ ਕੀ ਹੈ। ਇਹ ਸਮਝਣ ਤੋਂ ਬਾਅਦ ਸਟ੍ਰੈਸ ਜਾਂ ਤਣਾਅ, ਫਿਰ ਆਪਣੇ ਆਪ ਨੂੰ ਪਰਖਣਾ ਕਿ ਕੀ ਮੈਨੂੰ ਤਣਾਅ ਹੈ, ਮੈਂ ਸਟ੍ਰੈਸ ਵਿੱਚ ਹਾਂ। ਜੇ ਹਾਂ ਤਾਂ ਫਿਰ ਉਸ ਦਾ ਹੱਲ ਕਰਨ ਲਈ ਕਾਫੀ ਸਾਰੇ ਤਰੀਕੇ ਦੱਸੇ ਗਏ ਹਨ, ਜਿਨ੍ਹਾਂ ਰਾਹੀਂ ਅਸੀਂ ਸਟ੍ਰੈਸ ਤੋਂ ਬਚ ਸਕਦੇ ਹਾਂ। ਆਪਣੇ ਸਮੇਂ ਦਾ ਸਹੀ ਪ੍ਰਬੰਧ ਕਰਨਾ ਹੁੰਦਾ ਹੈ, ਸਿਹਤ ਦਾ ਖਿਆਲ ਰੱਖਣਾ, ਪੋਜ਼ਿਟਿਵ ਰਹਿਣਾ, ਸਕਾਰਾਤਮਕ ਰਹਿਣਾ ਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ, ਨਿਕਾਸ ਦੇਣਾ। ਹੁਣ ਅਸੀਂ ਪਹੁੰਚ ਗਏ ਹਾਂ ਕਿਤਾਬ ਦੇ ਬਿਲਕੁਲ ਅੰਤ ਤੇ। ਜ਼ਿੰਦਗੀ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਕਰਨਾ ਹੈ। ਕਲਾਸ ਦੇ ਵਿੱਚ ਅੰਤਾਕਸ਼ਰੀ ਹੋਏਗੀ, ਪਰ ਸ਼ਰਤ ਹੈ ਕਿ ਗੀਤਾਂ ਦੀ ਅੰਤਾਕਸ਼ਰੀ ਨਹੀਂ ਹੈ। ਇਹ ਨੈਤਿਕ ਕਦਰਾਂ ਕੀਮਤਾਂ ਤੇ ਜੀਵਨ ਹੁਨਰਾਂ ਦੇ ਨਾਵਾਂ ਦੀ ਅੰਤਾਕਸ਼ਰੀ ਹੈ। ਜਿੱਥੇ ਇੱਕ ਦਾ ਨਾਂ ਛੁੱਟਿਆ ਉਸ ਦੇ ਆਖਰੀ ਅੱਖਰ ਤੋਂ, ਸ਼ਬਦ, ਆਖਰੀ ਧੁਨੀ ਤੋਂ ਅਸੀਂ ਨਵਾਂ ਸ਼ਬਦ ਬਣਾਉਣਾ ਹੈ। ਜਿਵੇਂ ਅਨੁਸ਼ਾਸਨ, ਨਾਂ 'ਤੇ ਖਤਮ ਹੋਇਆ ਤਾਂ ਨਾਂ ਤੋਂ ਅਸੀਂ ਬਣਾਤਾ ਨਿਆਂ। ਅ ਦੀ ਆਵਾਜ਼ ਨਾਲ ਖਤਮ ਹੋਇਆ, ਆੜੇ ਤੋਂ ਆਤਮ ਵਿਸ਼ਵਾਸ, ਸ ਤੋਂ ਸਹਿਯੋਗ। ਇਸ ਤਰ੍ਹਾਂ ਨਾਲ ਅੰਤਾਕਸ਼ਰੀ ਚੱਲੇਗੀ। ਤੇ ਅੰਤ ਤੇ ਕਲਾਸ ਦੇ ਵਿੱਚ ਇੱਕ ਬੱਚਾ ਜਿਹੜਾ ਉਹ ਰੁੱਸੇ ਹੋਏ ਬੱਚੇ ਦਾ ਅਭਿਨੈ ਕਰਦਾ, ਤਾਂ ਬਾਕੀ ਸਾਰੇ ਬੱਚਿਆਂ ਨੇ ਆਪੋ ਆਪਣੇ ਇਹਨਾਂ ਨੈਤਿਕ ਗੁਣਾਂ ਦੇ ਜ਼ਰੀਏ ਹੀ ਉਸ ਨੂੰ ਸਪੋਰਟ ਕਰਨਾ, ਉਸ ਨੂੰ ਸੁਧਾਰਨਾ, ਉਸ ਦੀ ਹਮਾਇਤ ਜਾਂ ਮਦਦ ਕਰਨੀ ਹੈ। ਹਮਦਰਦੀ ਵਾਲਾ ਬੱਚਾ ਉਸ ਦੀ ਹਮਾਇਤ ਕਰੇਗਾ। ਇਸੇ ਤਰ੍ਹਾਂ ਨਾਲ ਨਿਆਂ ਵਾਲਾ ਉਸ ਨੂੰ ਸਹੀ ਇਨਸਾਫ ਦੇਣ ਦੀ ਕੋਸ਼ਿਸ਼ ਕਰੇਗਾ। ਆਤਮ ਵਿਸ਼ਵਾਸ ਵਾਲਾ ਉਸ ਵਿੱਚ ਵੀ ਵਿਸ਼ਵਾਸ ਭਰੇਗਾ। ਸੋ ਕੁੱਲ ਮਿਲਾ ਕੇ ਅਸੀਂ ਜ਼ਿੰਦਗੀ ਨੂੰ ਸਲਾਮ ਕਹਿਣਾ। ਹੌਸਲੇ ਪਏ ਖੇਡਦੇ ਨੇ ਕਾਲੀਆਂ ਰਾਤਾਂ ਦੇ ਨਾਲ, ਇਹ ਭਰੋਸਾ ਹੈ ਮੇਰਾ ਰੌਸ਼ਨ ਸਵੇਰੇ ਆਉਣਗੇ। ਰੁੱਖ ਹਵਾ ਦਾ ਜੇ ਅਜੇ ਹੈ ਰਾਹੀਆਂ ਨੂੰ ਰੋਕਦਾ, ਮੁਸ਼ਕਿਲਾਂ ਨੂੰ ਚੀਰ ਪਾਂਦੀ ਮੰਜ਼ਿਲਾਂ ਨੂੰ ਪਾਉਣਗੇ, ਰੌਸ਼ਨ ਸਵੇਰੇ ਆਉਣਗੇ।